ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕਉ ਸਮਰਥ ਕਹਾ ਤੁਛ ਪ੍ਰਭ ਬੁੱਧ ਹਮਾਰੀ ਵਰਨ ਨ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਭ ਤੇ ਉੱਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਲਵਾਓ ਜੀ ਹਾਜ਼ਰੀਆਂ। ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ, ਗੁਰੂ ਫਤਿਹ ਦੀ ਸਾਂਝ ਪਾਓ ਜੀ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸ਼ਰਧਾ ਭਾਵਨਾ ਦੇ ਨਾਲ ਗੱਜ ਵੱਜ ਕੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਹਿਮਤਾਂ ਦੇ ਪ੍ਰਦਰਸ਼ਨੀ ਗੁਰੂ ਗਰੀਬ ਨਵਾਜ਼, ਗਰੀਬਾਂ ਨੂੰ ਨਿਵਾਜਣ ਵਾਲੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅਪਾਰ ਰਹਿਮਤ ਕਿਰਪਾ ਕਰ ਰਹੇ ਨੇ। ਸਾਨੂੰ ਅਧਿਆਤਮਿਕ ਗਿਆਨ, ਅਧਿਆਤਮਿਕ ਜੀਵਨ ਜਿਹੜਾ ਹੈ ਉਹਦੀ ਬਖਸ਼ਿਸ਼ ਕਰਦੇ ਆ। ਬ੍ਰਹਮ ਦਾ ਗਿਆਨ ਬਖਸ਼ਦੇ ਨੇ। ਸੱਚਖੰਡ ਦੀਆਂ ਵਿਚਾਰਾਂ ਹੁੰਦੀਆਂ ਨੇ, ਰੱਬ ਦੇ ਰਾਹ ਦੀ ਵਿਚਾਰ ਹੁੰਦੀ ਹੈ। ਜੋ ਵੀ ਗੁਰਸਿੱਖ ਸੰਗਤਾਂ ਸਮੇਂ ਦਾ ਲਾਹਾ ਲੈਂਦੇ ਹੋਏ ਆਪਣਾ ਤੁਰੀਆ ਪਦ ਅਵਸਥਾ ਜਿਹੜੀ ਆ ਉਹਨੂੰ ਬਣਾਉਣ ਦੇ ਲਈ ਗੁਰੂ ਚਰਨਾਂ 'ਚ ਆਪ ਜੀ ਨੇ ਪਹੁੰਚਣਾ ਕੀਤਾ ਹੈ। ਸਭ ਧੰਨ ਭਾਗੀ ਹੋ, ਵੱਡਿਆਂ ਕਰਮਾਂ ਵਾਲੇ ਹੋ। ਹਰ ਇੱਕ ਬੰਦੇ ਦੀ ਆਪਣੀ ਜ਼ਿੰਦਗੀ ਹੈ। ਹਰ ਇੱਕ ਬੰਦੇ ਦੇ ਆਪਣੇ ਕਰਮ ਨੇ।
ਸੋ ਕੋਸ਼ਿਸ਼ ਕਰਨੀ ਹੈ ਭਾਈ ਕਿ ਆਪਣੇ ਕਰਮ ਨਿਰਮਲ ਬਣਨ, ਆਪਣੀ ਜ਼ਿੰਦਗੀ ਸਵਰ ਜਾਏ। ਦੂਸਰੇ ਦੀ ਜ਼ਿੰਦਗੀ 'ਚ, ਦੂਸਰੇ ਦੇ ਜੀਵਨ 'ਚ ਝਾਕਣ ਦਾ ਕੋਈ ਫਾਇਦਾ ਨਹੀਂ। ਅਸੀਂ ਖੁਦ ਦੇ ਆਪਣੇ ਨਿਬੇੜੇ ਕਰਨੇ ਆ ਕਿ ਖੇਤ ਹੀ ਕਰੋ ਨਿਬੇਰਾ। ਆਪਣੇ ਖੁਦ ਦੇ ਖੇਤ 'ਚ ਰਹਿੰਦੇ ਆ। ਬੰਦੇ ਨੇ ਆਪਣੇ ਕਰਮਾਂ ਨਾਲ ਨਜਿੱਠੜਾ ਕਰਨਾ, ਖੁਦ ਦਾ ਜੀਵਨ ਸਵਰੇ। ਦੂਸਰੇ ਦੇ ਜੀਵਨ 'ਚ ਝਾਕ ਕੇ ਸਮਾਂ ਜਿਹੜਾ ਬਰਬਾਦ ਨਾ ਕਰੀਏ। ਉਹ ਕਹਿੰਦੇ ਆ ਸਰੀਰ 'ਚ ਰਹਿੰਦੇ ਆ, ਆਪਣਾ ਨਿਬੇੜਾ ਕਰ। ਅੰਦਰ ਝਾਤੀ ਮਾਰੀਏ, ਆਪਣੇ ਖੁਦ ਦੇ ਕਰਮ ਨਿਰਮਲ ਬਣਾਈਏ, ਖੁਦ ਦੇ। ਫਿਰ ਬੌਰ ਨਾ ਭੌਜਲ ਫੇਰਾ, ਦੁਬਾਰਾ ਸਮਾਂ ਨਹੀਂ ਮਿਲਣਾ। ਆਪਣੇ ਖੁਦ ਦੀ ਜ਼ਿੰਦਗੀ ਜਿਹੜੀ ਆ, ਕਿਉਂਕਿ ਗੁਜ਼ਰ ਰਹੀ ਹੈ ਜੀ। ਜਨਮ ਸਰਾਨੋ ਪੰਥ ਨਾ ਸਵਾਰਾ, ਸਾਂਝ ਪਈ ਦਹਿ ਦਿਸ ਅੰਧਿਆਰਾ। ਜਨਮ ਸਰਾਨੋ, ਸਰਾਨੋ ਕਹੀਏ ਗੁਜ਼ਰ ਰਿਹਾ। ਪੰਥ ਨਾ ਸਵਾਰਾ, ਮਾਰਗ ਨਹੀਂ ਸਵਾਰੇ। ਸਾਂਝ ਭਰੀ, ਸ਼ਾਮ ਪੈਣ ਵਾਲੀ ਹੈ। ਦਹਿ ਦਿਸ ਅੰਧਿਆਰਾ, ਦਸੇ ਦਿਸ਼ਾਵਾਂ ਦੇ ਵਿੱਚ ਹਨੇਰਾ ਹੋ ਜਾਣਾ। ਜਿਵੇਂ ਹੁਣ ਦਿਨ ਚੜ੍ਹ ਰਿਹਾ ਜੀ, ਦਿਨ ਚੜ੍ਹ ਗਿਆ, ਇਹਨੇ ਛਿਪਣਾ ਵੀ ਆ, ਹਨੇਰਾ ਵੀ ਹੋਊਗਾ ਪੱਕਾ। ਆਲੇ ਦੁਆਲੇ ਦਿਖਣਾ ਬੰਦ ਹੋ ਜਾਂਦਾ। ਫਿਰ ਇਸੇ ਤਰ੍ਹਾਂ ਜੀਵਨ ਹੈ, ਸਮਝੀਏ। ਆਪਣਾ ਖੁਦ ਦਾ ਜੀਵਨ ਸਵਾਰੀਏ, ਖੁਦ ਦਾ ਮਿਲਿਆ ਹੋਇਆ ਮਾਰਗ ਜਿਹੜਾ, ਆ ਰਾਹ ਜਿਹੜਾ ਇਹ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਾਣੀ ਨਾਲ ਸਾਫ਼ ਹੋਣਾ। ਸੋ ਉਹਦੀ ਕਿਰਪਾ ਦੇ ਨਾਲ ਲੜੀਵਾਰ ਕਥਾ ਅਸੀਂ ਹਰ ਰੋਜ਼ ਤਾਂ ਹੀ ਵਿਚਾਰ ਰਹੇ ਹਾਂ। ਜੀਵਨ ਜਿਉਣ ਦੀ ਜਾਂਚ ਆਉਂਦੇ, ਜੀਵਨ ਜਿਉਣ ਦੇ ਨੁਕਤੇ ਜਿਹੜੇ ਨੇ, ਤਰੀਕੇ ਜਿਹੜੇ ਨੇ, ਸਿੱਖ ਲਈਏ ਅਸੀਂ। ਬਾਕੀ ਜਿਹੜੇ ਬੰਦੇ ਨੇ ਪਕੜੇ ਹੋਏ ਆ ਨਾ ਤਰੀਕੇ, ਤਾਂ ਪਸ਼ੂਆਂ ਦੇ ਨੇ, ਰਾਖਸ਼ਾਂ ਦੇ ਨੇ। ਗੁਰਮੁਖਾਂ ਦਾ ਮਾਰਗ ਕੋਈ ਕੋਈ ਪਕੜਦਾ, ਗੁਰਮੁਖਾਂ ਦਾ ਜੀਵਨ ਨੇ ਤਾਂ ਗੁਜ਼ਰਿਆ ਜਾਣਾ। ਗੁਰਸਿੱਖਾਂ ਵਾਲਾ ਮਾਰਗ ਅਪਣਾ ਕੇ, ਗੁਰੂ ਦਾ ਰਾਹ ਅਪਣਾ ਕੇ ਭਾਈ ਸਫਲਾ ਬਣਾਈਏ ਇਹਨੂੰ। ਅਧਿਆਤਮਿਕ ਗਿਆਨ ਕੱਲ੍ਹ ਜੋ ਵਿਚਾਰਿਆ ਸੀ, ਉਹ ਮਾਲਕ ਪਰਮੇਸ਼ਰ ਜਿਹੜਾ ਵੈ, ਬਾਲਕ ਬਿਰਧ ਨਾ ਜਾਣੀਏ ਨਿਚਲ ਤਿਸ ਦਰਬਾਰ। ਉਹ ਨਾ ਹੀ ਬਾਲ ਅਵਸਥਾ ਵਾਲਾ, ਨਾ ਹੀ ਬੁਢਾਪਾ ਧਾਰਨ ਕਰਨ ਵਾਲਾ। ਇਸ ਲਈ ਉਹਨੂੰ ਬੱਚਾ ਜਾਂ ਬਿਰਧ ਕਰਕੇ ਨਾ ਜਾਣੀਏ। ਭਾਵਕ ਬਾਲਕ ਜਿਵੇਂ ਚੰਚਲ ਹੁੰਦਾ ਹੈ, ਤੇ ਬਾਲਕਪਣ ਬਚਪਨ ਜਿਹੜਾ ਚੰਚਲਤਾ ਤੋਂ ਰਹਿਤ ਹੈ, ਤੇ ਨਾ ਹੀ ਉਹਦੇ ਵਿੱਚ ਅਬਿਰਧ ਅਵਸਥਾ ਵਰਗੀ ਜੜਤਾ ਹੈ। ਨਾ ਉਹ ਬੁੱਢਾ, ਨਾ ਉਹ ਬਾਲਾ, ਨਾ ਉਹ ਬੁੱਢਾ ਜੀ, ਨਾ ਉਹ ਬੱਚਾ ਹੈ। ਉਹ ਹਮੇਸ਼ਾ ਹੀ ਜਵਾਨ ਆ, ਹਮੇਸ਼ਾ ਹੀ ਰਹਿਣ ਵਾਲਾ। ਭਾਵ ਦਰਬਾਰ ਨਿਚਲ ਅਚਲ ਸਰੂਪ ਹੈ। ਭਾਵ ਸੱਚਖੰਡ ਰੂਪੀ ਦਰਬਾਰ ਜਿਹੜਾ ਹੈ, ਉਹਦਾ ਇੱਕ ਰਸ ਰਹਿਣ ਵਾਲਾ ਹੈ। ਜੋ ਮੰਗੀਐ ਸੋ ਪਾਈਐ, ਨੇ ਧਾਰਾ ਆਧਾਰ।
ਉਹਦੇ ਕੋਲੋਂ ਜੋ ਵੀ ਮੰਗੀਏ, ਜੋ ਵੀ ਉਹ ਤੋਂ ਮੰਗਣਾ ਕਰੀਏ ਨਾ, ਉਹ ਪ੍ਰਾਪਤ ਹੁੰਦਾ ਹੈ, ਉਹ ਮਿਲਦਾ ਹੈ। ਜਿਹੜਾ ਸਭ ਨੂੰ ਸਹਾਰਾ ਦਿੰਦਾ ਹੈ, ਸਭ ਦਾ ਆਧਾਰ ਹੈ, ਸਭ ਦਾ ਆਸਰਾ, ਜਿਹੜਾ ਜੀਵਾਂ ਦਾ ਪ੍ਰਾਣ ਤਤ ਪ੍ਰਿਥਵੀ ਖੰਡ ਬ੍ਰਹਿਮੰਡ ਆਦਿ ਸਭ ਉਸੇ ਦੇ ਸਹਾਰੇ ਨੇ। ਤੇ ਅੱਗੇ ਸਤਿਗੁਰ ਕਹਿੰਦੇ ਆ, ਜਿਸ ਪੇਖਤ ਕਿਲ ਵਿਖਿਰੈ ਮਨ ਤਨ ਹੋਵੈ ਸ਼ਾਂਤ। ਐ ਭਾਈ ਜਿਹਦੇ ਪੇਖਤ ਕਹੀਏ, ਦਰਸ਼ਨ ਮਾਤਰ ਤੋਂ ਹੀ ਸਾਰੇ ਕਿਲ ਵਿਖ ਕਹੀਏ ਜੀ ਪਾਪ ਹਿਰੈ ਨਾਸ ਹੋ ਜਾਂਦੇ ਆ, ਕਿ ਉਹਦੀ ਕਿਰਪਾ ਦ੍ਰਿਸ਼ਟੀ ਦੁਆਰਾ ਪੇਖਤ ਕਹੀਏ ਵਹਿੰਦਿਆਂ ਹੀ ਜੀਵਾਂ ਦੇ ਸਾਰੇ ਪਾਪ ਜਿਹੜੇ ਨੇ ਨੱਠ ਗਏ, ਨਾਸ ਹੋ ਗਏ, ਅਤੇ ਮਨ ਤੇ ਤਨ ਸ਼ਾਂਤ ਹੋ ਜਾਂਦਾ। ਮਨ ਤਨ ਹੋਵੇ ਸ਼ਾਂਤ। ਤਨ ਵਿੱਚ ਕਾਲਾਪਣ ਜਿਹੜਾ ਨਾ, ਕਾਲਾਪਣ ਭੱਜ ਨੱਠ ਮਨ 'ਚ ਵੀ ਆ, ਤਨ 'ਚ ਵੀ ਆ। ਨਾ ਤਾਂ ਸਾਡਾ ਸਰੀਰ ਖੜਦਾ, ਮਨ ਨੇ ਤਾਂ ਖੜਨਾ ਹੀ ਕੀ ਆ। ਜਿਹੜਾ ਮਨ ਹੈ ਹੀ ਚੰਚਲ, ਇਤਨੀ ਸਪੀਡ ਹੈ ਨਾ ਜੀ ਮਨ ਦੀ, ਇਤਨੀ ਬਹੁਤ ਜ਼ਿਆਦਾ ਸਪੀਡ ਹੈ। ਇਹ ਮਿੰਟਾਂ ਸਕਿੰਟਾਂ 'ਚ, ਉਹ ਵੀ ਹਲੇ ਵੱਡੇ ਹੁੰਦੇ ਆ ਮਿੰਟ ਸਕਿੰਟ। ਇਹ ਤਾਂ ਅੱਖ ਝਮਕਣ ਦੇ ਸਮੇਂ ਜਿੰਨੀ ਵਿਦੇਸ਼ਾਂ 'ਚ ਜਾ ਆਉਂਦਾ, ਸਕਿੰਟਾਂ ਤੋਂ ਪਹਿਲਾਂ ਹੀ ਖਿਨ ਮਾਤਰ ਇਤਨਾ ਚੰਚਲ ਹੈ, ਭੱਜਦਾ ਹੈ। ਇਹਨਾਂ ਦਾ ਖੜਨਾ ਹੀ ਕੀ ਆ। ਤਨ ਜਿਹੜਾ ਨਾ, ਤਨ, ਇਹਦੇ ਵਿੱਚ ਵੀ ਠਹਿਰਾਵ ਆ ਜਾਂਦਾ ਹੈ। ਠਹਿਰਾਵ ਕਹੀਏ, ਟਿਕਾ, ਸ਼ਾਂਤੀ ਆਉਣੀ, ਬੋਲਾਂ 'ਚ ਸੰਜਮ ਆ ਜਾਣਾ, ਕਦਮਾਂ 'ਚ, ਹੱਥਾਂ 'ਚ, ਵਿਚਾਰਾਂ 'ਚ ਟਿਕਾ ਪੈਦਾ ਹੋ ਜਾਣਾ। ਉਹ ਕਹਿੰਦੇ ਭਾਈ ਕਿਆ ਪੜ੍ਹੀਐ, ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਆ ਸੋਈ। ਜਿੰਨਾ ਮਰਜ਼ੀ ਮੈਂ ਪੜ੍ਹੀ ਜਾਵਾਂ, ਜਿੰਨਾ ਮਰਜ਼ੀ ਮੈਂ ਸੁਣੀ ਜਾਵਾਂ, ਵਿਚਾਰੀ ਜਾਵਾਂ, ਗੁਣੀ ਜਾਵਾਂ, ਪੜ੍ਹਨ ਸੁਣਨ ਨਾਲ ਕੁਝ ਨਹੀਂ ਜੀ ਹੋਣਾ। ਜੋ ਸਹਿਜ ਨਾ ਮਿਲੇ ਉਹ ਸੋਈ। ਮਨ ਤਨ ਸ਼ਾਂਤ ਨਾ ਹੋਇਆ ਤਾਂ ਇਹਦਾ ਕੋਈ ਲਾਭ ਨਹੀਂ ਹੋਏਗਾ। ਫਿਰ ਵੇਂਦਿਆਂ ਹੀ ਉਹਦੀ ਕਿਰਪਾ ਦ੍ਰਿਸ਼ਟੀ ਨਾਲ ਬੰਦੇ ਦੇ ਪਾਪ ਨੱਠ ਗਏ, ਮਨ ਤਨ ਸ਼ਾਂਤ ਹੋ ਜਾਂਦਾ। ਭਾਵ ਮਨ ਜੋ ਵਾਸਨਾ ਕਲਪਨਾਵਾਂ ਕਰਕੇ ਤੜਫਦਾ ਨਾ, ਗਲਤ ਵਿਚਾਰਾਂ ਅੰਦਰ ਕਲਪਨਾਵਾਂ ਉੱਠਦੀਆਂ ਨੇ ਤੇ ਤੜਫ ਰਿਹਾ, ਭੱਜਦਾ ਹੈ, ਉਹ ਸ਼ਾਂਤ ਹੋ ਜਾਂਦਾ। ਤਨ, ਸਰੀਰ ਵਿੱਚ ਜੋ ਵਿਕਾਰਾਂ ਦੀ ਮਲੀਨਤਾ, ਬੇਚੈਨੀ ਹੁੰਦੀ ਹੈ ਨਾ, ਬੇਚੈਨੀ, ਵਿਕਾਰੀ ਮਨ, ਸਿਆਣਿਓ ਸਮਝਣੇ ਹੋ, ਉਹ ਸਭ ਸ਼ਾਂਤ ਹੋ ਜਾਂਦਾ। ਚੇਤਾ ਆ ਜਾਂਦਾ ਸਜਣਾ ਕੀ ਹੈ, ਅੱਜ ਕਰੂੰ, ਕੱਲ੍ਹ ਨੂੰ ਇਹਦਾ ਹਿਸਾਬ ਕਿਤਾਬ ਦੇਣਾ ਪੈਣਾ। ਲੇਖਾ ਰੱਬ ਮੰਗੇਸੀਆ ਬੈਠਾ ਕੱਢ, ਵਹੀ ਕਰੀ ਜਾਓ ਜਿੰਨੇ ਮਰਜ਼ੀ। ਉਹਨੇ ਬਹਿ ਲੇਖਾ ਕਰ ਸਮਝਾਇਆ, ਪਕੜ ਕੇ ਬਿਠਾ ਲੈਣਾ, ਆ ਜਾ ਭਾਈ ਆਹ ਕੁਛ ਤੂੰ ਕੀਤਾ। ਜ਼ਿੰਦਗੀ ਦੇ ਕੀਤੇ ਹੋਏ ਕਰਮ ਜਿਹੜੇ ਆ ਨਾ ਜੀ, ਉਹਦੀ ਫਿਲਮ ਜੋ ਬਣਦੀ ਹੈ ਸਭ ਅੱਖਾਂ ਦੇ ਸਾਹਮਣੇ ਚੱਲਣ ਲੱਗ ਜਾਏਗੀ। ਉਸ ਟਾਈਮ ਜ਼ਿੰਦਗੀ ਦਾ ਸਾਰਾ ਦ੍ਰਿਸ਼ ਸਾਹਮਣੇ ਆ ਜੂ। ਉੱਥੋਂ ਬੰਦਾ ਸ਼ਾਂਤ ਹੋ ਜਾਂਦਾ। ਬੇਚੈਨੀ ਜਿਹੜੀ ਆ, ਟਿਕਾ, ਸਕੂਨ ਹੈ ਜੀ ਜੀਵਨ ਦਾ। ਬੇਦਾਗ ਜੀਵਨ ਹੋ ਜਾਂਦਾ। ਔਖਾ ਬੜਾ ਹੈ, ਗੱਲਾਂ ਕਰਨੀਆਂ ਸੌਖੀਆਂ ਨੇ, ਬੇਦਾਗ ਜੀਵਨ ਰੱਖਣਾ ਇਹ ਤਾਂ ਉਹ ਕਿਰਪਾ ਰੱਖੇ
ਨਹੀਂ, ਵੱਡੇ ਵੱਡੇ ਚੋਟੀ 'ਤੇ ਡਿੱਗ ਚੜ੍ਹੇ ਹੋਏ ਨਾ ਜੀ, ਸਿਰੇ 'ਤੇ ਚੜ੍ਹੇ ਹੋਏ। ਮਾਨ ਮੁਨੀ ਮੁਨ ਬਰਗਲੇ ਮਾਨ ਸਭੈ ਕੋ, ਹਾਏ ਡਿੱਗ ਗਏ ਜੀ ਹੇਠਾਂ ਧਰਤੀ 'ਤੇ ਸਕਿੰਟਾਂ 'ਚ। ਸਾਰੀ ਜ਼ਿੰਦਗੀ ਦੀ ਕਮਾਈ ਹੋਈ, ਘਾਲ ਕਮਾਈ ਗਈ, ਖੇ ਪੈ ਗਈ। ਬੇਚੈਨੀ ਜਿਹੜੀ ਆ ਉਹ ਸ਼ਾਂਤ ਹੋ ਜਾਂਦੀ ਆ। ਇੱਕ ਮਨ ਏਕ ਧਿਆਈ ਐ, ਮਨ ਕੀ ਲਾਏ ਭਰਾਂਤ। ਐ ਭਾਈ, ਇੱਕ ਮਨ, ਇਕਾਗਰ ਮਨ ਕਰਕੇ ਉਸ ਇੱਕ ਅਦਵੈਤ ਸਰੂਪ ਵਾਹਿਗੁਰੂ ਨੂੰ ਧਿਆਉਣਾ ਕਰੀਏ ਤੇ ਮਨ ਦੇ ਅੰਦਰ ਦੀ ਭਰਾਂਤ ਕਹੀਏ ਜੀ, ਭਰਮ ਸੰਸਾ ਭ੍ਰਾਂਤੀ ਉਹ ਲਾ ਦੀਏ, ਇੱਕ ਨੂੰ ਧਿਆਈਏ, ਅੰਦਰ ਦੇ ਜਿਹੜੇ ਭਰਮ ਭੁਲੇਖੇ ਨੇ ਉਹ ਉਤਾਰੀਏ। ਭਰਮ ਭੁਲੇਖਾ ਕੀ ਹੈ ਜੀ? ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਭੁਲੇਖਾ ਪੈਣਾ, ਬਾਅਦ ਵਿੱਚ ਸੱਚ ਕੁਛ ਹੋਰ ਨਿਕਲਣਾ, ਆਪਾਂ ਕਹਿਣਾ ਵੀ ਭੁਲੇਖਾ ਪੈ ਗਿਆ ਜੀ, ਭਰਮ ਹੋ ਗਿਆ ਮੈਨੂੰ। ਭਾਵ ਆਪਣੀ ਹੋਂਦ, ਦੁਨੀਆ ਦੀ ਹੋਂਦ, ਕਾਇਨਾਤ ਦੀ, ਰੱਬ ਦੀ ਹੋਂਦ ਵੱਖਰੀ ਸਮਝਣੀ ਭੁਲੇਖੀ ਹੈ। ਸਭ ਦੇ ਵਿੱਚ ਇੱਕ ਹੀ ਮਾਲਕ ਵਰਤ ਰਿਹਾ, ਸਭ ਦੇ ਵਿੱਚ ਉਹੀ ਵਿਆਪਕ ਹੈ, ਉਹੀ ਬੋਲ ਰਿਹਾ, ਉਹੀ ਸੁਣ ਰਿਹਾ। ਸਭ ਦੇ ਵਿੱਚ ਉਸੇ ਦੀ ਚੇਤਨ ਸੱਤਾ ਹੈ। ਜੇ ਉਹ ਹੈ ਤਾਂ ਅਸੀਂ ਹਾਂ, ਤਾਂ ਦੁਨੀਆ, ਤਾਂ ਕਾਇਨਾਤ ਹੈ, ਤਾਈਆਂ ਸਾਰੀ ਖਲਕਤ ਹੈ। ਜੇ ਉਹ ਹੈ ਅੰਦਰ, ਹੈ ਇੱਕ ਦੀ ਜੋਤ, ਪਰ ਭੁਲੇਖੇ ਨੇ, ਭਰਮ ਹੈ, ਮੈਂ ਹੋਰ ਹਾਂ, ਰੱਬ ਹੋਰ ਹੈ, ਦੁਨੀਆ ਹੋਰ ਹੈ, ਤਾਂ ਇੱਕ ਦੂਜੇ ਦੀ ਆ ਮਾੜ ਧਾੜਤਾ ਹੁੰਦੀ ਆ, ਨਿੰਦਿਆ ਚੁਗਲੀ, ਦਵੈਸ਼ ਭਾਵਨਾਹੀਣਤਾ ਚੱਲਦੀ ਹੈ। ਉਹ ਕਹਿੰਦੇ ਮਨ ਕੀ ਲਾਹੇ ਭਰਾਂਤ, ਇੱਕ ਨੂੰ ਧਿਆਉਂਦੇ ਵੇ ਮਨ ਦੇ ਭਰਮ ਜਿਹੜੇ ਨੇ, ਭੁਲੇਖੇ ਜਿਹੜੇ ਨੇ, ਉਹ ਵੀ ਲਾਈਏ। ਜੇ ਰੱਬ ਰੱਬ ਮੈਂ ਕਰਦਾ ਨਾ ਜੀ, ਅੰਦਰ ਜਿਹੜੀ ਭਰਾਂਤ ਆ ਨਾ, ਦਵੈਸ਼ਹੀਣਤਾ, ਉਹ ਲਾਵਾਂ ਤਾਂ ਉਹਦੇ ਨੇੜੇ ਪਹੁੰਚੂ, ਨਹੀਂ ਪਹੁੰਚਿਆ ਨਹੀਂ ਜਾਣਾ। ਫਿਰ ਆਹ ਕਰਨ ਦੇ ਨਾਲ ਵੀ ਕੀ ਹੋਣਾ ਹੈ? ਪਾਠ ਪੜ੍ਹਿਓ, ਅਰ ਵੇਦ ਵਿਚਾਰਿਓ, ਨਿਬਲ ਪਿਅੰਗਮ ਸਾਧੇ। ਪਾਠ ਪੜ੍ਹਨੇ, ਵੇਦ ਸ਼ਾਸਤਰ, ਧਾਰਮਿਕ ਪੁਸਤਕਾਂ, ਕੁੰਡਲੀ ਨਾੜੀ ਰਾਹੀਂ ਸਵਾਸ ਚੜ੍ਹਾ ਲੈਣੇ ਹੈ ਜੀ। ਆਸਣ ਲਾ ਕੇ ਅਸ਼ਟਾਂਗ ਆਸਣ ਕਰਨਾ, ਵੀ ਬੰਦਾ ਬੜੇ ਜਪ ਤਪ ਕਰਦਾ, ਵੀ ਬੜੀ ਕਥਾ ਕਰਦਾ, ਬੜੀਆਂ ਵਿਚਾਰਾਂ ਨੇ, ਬੜੇ ਧਾਰਮਿਕ ਪੁਸਤਕ ਗ੍ਰੰਥ ਪੜ੍ਹਦਾ। ਇਹਦੇ ਨਾਲ ਕੀ ਹੋਣਾ? ਪੰਜ ਜਨਾ ਸੋ ਸੰਗ ਨਾ ਛੁਟਕਿਓ, ਅਦਕ ਅਹ ਬੁੱਧ ਵਾਧੇ। ਜਿਹੜੇ ਪੰਜ ਚਿੰਬੜੇ ਆ ਨਾ ਸਾਨੂੰ ਸਭ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਨਹੀਂ ਉਤਰਦੇ, ਉਤਰਨੇ ਨਹੀਂ ਉਹ, ਸਗੋਂ ਅਦਿਕ ਅਹ ਬੁੱਧ ਵਾਧੇ। ਹੋਰ ਹੰਕਾਰ ਹੋਊ ਬੰਦੇ ਨੂੰ, ਹੋਰ ਵਧੂ, ਕਾਮ ਵਧਣਾ, ਕ੍ਰੋਧ ਵਧਣਾ, ਲੋਭ ਵਧਣਾ, ਮੋਹ ਵਧਣਾ, ਵਧੂਗਾ। ਉਹ ਕਹਿੰਦੇ ਸ਼ਾਂਤੀ ਆਵੇ ਟਿਕਾ, ਭਰਮ ਲੈ ਜਾਣ ਸਾਰੇ, ਤੇ ਗੁਣ ਨਿਧਾਨ ਨਵ ਤਨ ਸਦਾ, ਪੂਰਨ ਜਾ ਕੀ ਦਾਤ। ਉਹ ਵਾਹਿਗੁਰੂ ਦਾ ਗੁਣਾਂ ਦਾ ਨਿਧਾਨ, ਭਾਵ ਗੁਣਾਂ ਦਾ ਖਜ਼ਾਨਾ ਮਾਲਕ ਹੈ ਜਿਹੜਾ, ਜੋ ਹਮੇਸ਼ਾ ਹੀ ਨਵਤਨ ਕਹੀਏ ਨਵੀਨ ਰੂਪ ਰਹਿਣ ਵਾਲਾ ਹੈ। ਉਹ ਸਦਾ ਹੀ ਨਵਾਂ ਹੈ ਜੀ, ਕਦੇ ਪੁਰਾਣਾ ਨਹੀਂ ਹੁੰਦਾ, ਇੱਕ ਰਸ ਰਹਿਣ ਵਾਲਾ ਹੈ। ਉਸ ਵਾਹਿਗੁਰੂ ਦੀ ਦਿੱਤੀ ਦਾਤ ਵੀ ਪੂਰਨ ਹੀ ਹੁੰਦੀ ਆ, ਭਾਵ ਵਾਰ-ਵਾਰ ਜ਼ਰੂਰਤ ਨਹੀਂ ਪੈਂਦੀ।
ਏਕਾ ਬਖਸ਼ ਫਿਰ ਬੌਰ ਨਾ ਬੁਲਾਵੈ, ਜੋ ਕਿਸ ਪਾਇਆ ਸੋ ਏਕਾ ਵਾਰ। ਦਾਤਾਂ ਵੀ ਕੀ ਨੇ ਜੀ? ਜੇਵੜ ਆਪ ਤੇਵੜ ਤੇਰੀ ਦਾਤ। ਜਿੱਦਾਂ ਦਾ ਉਹ ਆਪ ਆ ਜੀ, ਉੱਦਾਂ ਦੀਆਂ ਉਹਦੀਆਂ ਦਾਤਾਂ ਨੇ। ਉਹ ਇੱਕ ਰਸ ਰਹਿਣ ਵਾਲਾ ਹੈ, ਉਹ ਹਮੇਸ਼ਾ ਹੀ ਨਵਾਂ ਹੈ, ਉਹ ਪੁਰਾਣਾ ਹੁੰਦੀ ਹੀ ਨਹੀਂ। ਸਮਝੋ ਧਿਆਨ ਨਾਲ ਬੇਨਤੀ। ਸਾਹਿਬ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰ। ਉਸ ਹਰ ਟਾਈਮ ਨਵਾਂ ਜੀ, ਉਹ ਸਦਾ ਹੀ ਦਾਤਾਂ ਦਿੰਦਾ, ਇੱਕ ਰਸ ਵਰਤਦਾ ਹੈ। ਸੌਖਾ ਜਿਹਾ ਸਮਝ ਆ ਜਾਏ, ਕੋਈ ਕਿਤਾਬ ਅਖਬਾਰ ਅਸੀਂ ਪੜ੍ਹੀਏ ਨਾ, ਇੱਕ ਵਾਰੀ, ਦੋ ਵਾਰੀ, ਚਾਰ ਵਾਰੀ, 10 ਵਾਰੀ ਪੜ੍ਹ ਲਿਆ, ਉਸ ਤੋਂ ਬਾਅਦ ਅਸੀਂ ਉਹਨੂੰ ਸਾਈਡ 'ਤੇ ਰੱਖ ਦਾਂਗੇ ਵੀ ਇਹ ਮੈਂ ਪੜ੍ਹ ਲਈ, ਕਈ ਵਾਰ ਪੜ੍ਹ ਲਈ। ਹੁਣ ਕੀ ਪੜ੍ਹਨਾ, ਇਹਦਾ ਪਤਾ ਹੀ ਆ ਵੀ ਅਖਬਾਰ ਦੇ ਵਿੱਚ, ਕਿਤਾਬ ਦੇ ਵਿੱਚ ਕੀ ਲਿਖਿਆ, ਪਤਾ ਹੀ ਲੱਗ ਜਾਂਦਾ ਵੀ ਕੀ ਪੜ੍ਹਾਂਗੇ ਵਾਰ ਵਾਰ। 2-4 ਵਾਰੀ ਪੜ੍ਹ ਕੇ ਮਨ ਅੱਕ ਜਾਣਾ, ਅਸਲ ਦੇ ਵਿੱਚ ਤਾਂ ਇੱਕ ਵਾਰੀ ਹੈ। ਮੰਨੋ, ਬਾਣੀ ਜਿਹੜੀ ਆ, ਸਿਮਰਨ ਜਿਹੜਾ, ਕਦੇ ਬਾਣੀ ਪੜ੍ਹਨ ਤੋਂ ਮਨ ਨਹੀਂ ਅੱਕਿਆ, ਸਿਮਰਨ ਕਰਨ ਤੋਂ, ਵਾਹਿਗੁਰੂ ਵਾਹਿਗੁਰੂ ਸਤਿਨਾਮ ਕਹਿਣ ਤੋਂ। ਭਾਵ ਜਿਹੜੀ ਬਾਣੀ ਗੁਰੂ ਨਾਨਕ ਨੇ ਪੜ੍ਹੀ, ਜਿਹੜਾ ਜਪਜੀ ਸਾਹਿਬ 10 ਗੁਰੂ ਸਾਹਿਬਾਨਾਂ ਨੇ ਪੜ੍ਹਿਆ, ਸੰਤ ਮਹਾਤਮਾ ਮਹਾਂਪੁਰਖਾਂ ਨੇ ਪੜ੍ਹਿਆ, ਸਾਡੇ ਵਡੇਰਿਆਂ ਨੇ ਪੜ੍ਹਿਆ, ਉਹੀ ਅਸੀਂ ਪੜ੍ਹਦੇ ਹਾਂ। ਉਹੀ ਆ, ਕਦੇ ਪੁਰਾਣਾ ਹੋਈ ਨਹੀਂ, ਕਦੇ ਮਨ ਅੱਕਿਆ ਹੀ ਨਹੀਂ ਵੀ ਇਹ ਜਪਜੀ ਸਾਹਿਬ ਮੈਂ ਬਹੁਤ ਵਾਰੀ ਪੜ੍ਹ ਲਿਆ। ਸਾਲਾਂ ਤੋਂ ਪੰਜੇ ਬਾਣੀਆਂ ਦਾ ਨਿਤਨੇਮ ਹੁੰਦਾ ਹੈ, ਆਪਾਂ ਵੀ ਕਰਦੇ ਹਾਂ, ਸਾਡੇ ਬੱਚੇ ਵੀ ਕਰਨਗੇ। ਭਾਵ ਇਹ ਬਾਣੀ ਜਿਹੜੀ ਆ, ਇਹ ਬਾਣੀ ਮਹਾਂਪੁਰਖ ਕੀ ਨੇ ਜੇ ਘਰ ਵਾਸਾ ਹੋਏ। ਇਹ ਉਹ ਮਹਾਂਪੁਰਖ ਦੀ ਬਾਣੀ ਹੈ, ਰੱਬ ਦੀ, ਜੋ ਹਰ ਟਾਈਮ ਨਵਾਂ। ਬਾਣੀ ਦਾ ਹਰ ਇੱਕ ਅੱਖਰ ਸ਼ਬਦ ਨਵੀਨਤਾ ਪੇਸ਼ ਕਰਦਾ, ਨਵਾਂ ਹੈ ਜੀ, ਕਦੇ ਮਨ ਕੀ ਨਹੀਂ ਹੈ ਤਾਂ ਉਹੀ। ਪਰ ਇਹ ਬਾਣੀ ਉਹਦੀ ਹੈ ਜਿਹੜਾ ਹਰ ਟਾਈਮ ਨਵਾਂ ਜੀ, ਤਾਂ ਨਹੀਂ ਕਦੇ ਮਨ ਅੱਕਿਆ। ਇਹ ਥੋੜ੍ਹੇ ਵੀ ਮੈਂ ਬਹੁਤ ਵਾਰੀ ਪੜ੍ਹ ਲਿਆ ਜਪ, ਚਲੋ ਆਪਣੀ ਮਰਨ ਦੀ ਮਰਜ਼ੀ ਹੈ, ਮਨ ਅੱਕ ਜਾਂਦਾ ਹੈ ਉੱਠਣ ਤੋਂ, ਕਿਹੜਾ ਉੱਠੇ, ਕਿਹੜਾ ਛੱਡੇ ਰਜਾਈ, ਕਿਹੜਾ ਛੱਡੇ ਨਿੱਘ ਮੰਜੇ ਦੀ, ਉਹ ਆਪਣੇ ਕਰਮਾਂ ਦਾ ਫੇਰ ਆ। ਕਦੇ ਨਾ ਕਦੇ ਤਾਂ ਫਿਰ ਅੰਦਰ ਠੋਕਰ ਵੱਜਦੀ ਹੈ, ਫਿਰ ਬੰਦਾ ਫੇਰ ਲੱਗ ਜਾਂਦਾ ਪੜ੍ਹਨ ਦੀ, ਫੇਰ ਸੁਣਦਾ, ਕਿਤੇ ਨਾ ਕਿਤੇ ਚੱਲੂ ਜ਼ਰੂਰ। ਉਹ ਆਪਣੇ ਮਨ ਦੀਆਂ ਗਲਤੀਆਂ। ਸੋ ਗੱਲ ਜਿਹੜੀ ਹੈ ਵੀ ਬਾਣੀ ਹਰ ਟਾਈਮ ਨਵੀਂ ਆ, ਕਦੇ ਮਨ ਨਹੀਂ ਅੱਕਿਆ, ਕਦੇ ਵੀ। ਉਹੀ ਆ, ਆਨੰਦ ਆਉਂਦਾ ਜੀ, ਸਕੂਨ ਮਿਲਦਾ ਬਾਣੀ ਪੜ੍ਹ ਕੇ, ਕਿਉਂ ਇਹ ਬਾਣੀ ਉਹਦੀ ਹੈ ਸੱਚਖੰਡੀ, ਜੋ ਹਰ ਟਾਈਮ ਨਵਾਂ, ਪੁਰਾਣਾ ਹੁੰਦਾ ਹੀ ਨਹੀਂ। ਗੁਣ ਨਿਧਾਨ ਨਵਤਨ ਸਦਾ, ਉਹ ਗੁਣਾਂ ਦਾ ਖਜ਼ਾਨਾ ਮਾਲਕ ਨਵਾਂ ਹੈ। ਪੂਰਨ ਜਾ ਕੀ ਦਾਤ, ਉਹਦੀਆਂ ਦਾਤਾਂ ਵੀ ਜਿਹੜੀਆਂ ਨੇ ਉਹ ਪੂਰਨ ਨੇ, ਵਾਰ ਵਾਰ ਜ਼ਰੂਰਤ ਨਹੀਂ ਪੈਂਦੀ। ਤੇ ਸਤਿਗੁਰ ਕਹਿੰਦੇ ਆ ਜੀ, ਸਦਾ ਸਦਾ ਆਰਾਧੀ ਹੈ, ਦਿਨ ਵਿਸਰੋ ਨਹੀਂ ਰਾਤ। ਇਹ ਭਾਈ ਹਮੇਸ਼ਾ ਹੀ, ਸਦਾ ਹੀ ਉਸ ਰਹਿਣ ਵਾਲੇ ਮਾਲਕ ਨੂੰ, ਪ੍ਰਮਾਤਮਾ ਨੂੰ ਆਰਾਧਨਾ ਕਰੀਏ। ਸਾਹਿਬ ਮੇਰਾ ਨੀਤ ਨਵਾਂ, ਸਦਾ ਨਵੀਂ ਹੈ ਜੀ, ਨਿਤਨੇਮ ਨਵਾਂ, ਸਦਾ ਸਦਾ ਦਾ ਤਾਰ। ਉਹ ਕਹਿੰਦੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਨਾ ਉਹ ਆਉਂਦਾ ਨਾ ਜਾਂਦਾ। ਜਿਹੜਾ ਆਇਆ ਹੀ ਨਹੀਂ ਉਹ ਜਾਊ ਕਿੱਥੇ, ਜਿਹੜਾ ਗਿਆ ਹੀ ਨਹੀਂ ਉਹ ਆਊ ਕਿੱਥੇ। ਜੋ ਹਰ ਟਾਈਮ ਅਮਰ ਹੈ, ਜੋ ਨਾ ਜਾਣਾ ਨਾ ਆਉਣਾ, ਜੋ ਰੋਮ ਰੋਮ ਦੇ ਵਿੱਚ ਵਿਆਪਕ ਹੈ, ਵੱਸਦਾ ਹੈ, ਜੋ ਸਦਾ ਸਥਿਰ ਰਹਿਣ ਵਾਲਾ ਹੈ ਪਰਮਾਤਮਾ, ਉਹਨੂੰ ਆਰਾਧਨਾ ਕਰੀਏ, ਉਹਨੂੰ ਧਿਆਈਏ, ਉਸ ਨੂੰ ਹੀ ਜਪਣਾ ਕਰੀਏ।
ਕਹਿੰਦੇ ਭਾਈ ਫਿਰ ਦਿਨ ਵਿਸਰੋ ਨਹੀਂ ਰਾਤ, ਨਾ ਹੀ ਉਹਨੂੰ ਦਿਨ ਵੇਲੇ ਕਦੇ ਭੁਲਾਓ, ਨਾ ਹੀ ਰਾਤ ਨੂੰ। ਭਾਵ ਉਸਨੂੰ ਹਰ ਵਕਤ ਯਾਦ ਰੱਖਣਾ ਚਾਹੀਦਾ, ਹਰ ਟਾਈਮ ਰੱਬ ਚੇਤੇ ਰਵੇ। ਜਿਨ੍ਹਾਂ ਜਗਿਆਸੂਆਂ ਬ੍ਰਹਮ ਬੇਤਿਆਂ ਨੇ ਉਹਨੂੰ ਜਪਣਾ ਕੀਤਾ, ਉਹ ਨਾ ਦਿਨੇ ਭੁੱਲਦੇ ਨੇ ਨਾ ਰਾਤ ਨੂੰ ਭੁੱਲਦੇ ਨੇ। ਜਗਿਆਸਾ ਰੂਪੀ ਰਾਤ ਵਿੱਚ ਨਹੀਂ ਭੁੱਲਦਾ, ਅਤੇ ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਦਿਨ ਜਿਹੜਾ ਉਹ ਚੜ੍ਹ ਜਾਂਦਾ। ਫਿਰ ਜਿਹਨੂੰ ਆਸ ਹੈ, ਰੱਬ ਰੱਬ ਕਰਦੇ ਸੋਈਂਦਾ, ਰੱਬ ਰੱਬ ਕਰਦੇ ਉੱਠੀਂਦਾ, ਹਰ ਟਾਈਮ ਉਹ ਚੇਤੇ ਹੋ ਜਾਂਦਾ। ਕੰਮ ਧੰਦਿਆਂ ਦੇ ਨਾਲ ਪ੍ਰੇਮ ਹੁੰਦਾ ਹੈ, ਹੱਥਾਂ ਪੈਰਾਂ ਨਾਲ ਬੰਦਾ ਕੰਮ ਧੰਦੇ ਕਰਦਾ। ਚਿੱਤ ਜਿਹੜਾ ਹੈ, ਸੁਰਤ ਜਿਹੜੀ ਆ, ਬਿਰਤੀ ਜਿਹੜੀ ਆ, ਉਹ ਮਾਲਕ ਨਾਲ ਜੁੜੀ ਵੀ ਹੁੰਦੀ ਆ। ਰੱਬ ਰੱਬ ਉਹਦੀ ਰਜ਼ਾ ਵਿੱਚ ਹੁੰਦਾ ਜੀ ਬੰਦਾ। ਤੇ ਮਹਾਰਾਜ ਕਹਿੰਦੇ ਆ ਜੀ, ਜਿਨ ਕਾ ਪੂਰਬ ਲਿਖਿਆ ਤਿਨ ਕਾ ਸਖਾ ਗੋਬਿੰਦ। ਕਹਿੰਦੇ ਜਿਨ੍ਹਾਂ ਨੂੰ ਧੁਰੰਦਰ ਗਾਹੋਂ, ਭਾਵ ਮੱਥੇ ਉੱਤੇ ਲਿਖੇ ਹੋਏ ਨਿਸਕਾਮ ਕਰਮ ਜਿਹੜੇ ਨੇ ਨਾ, ਉਹਨਾਂ ਨੂੰ ਹੀ ਆਪਣੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਆ। ਉਹਦੀ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ। ਬਹੁਤ ਵਾਰ ਵਿਚਾਰੇ ਆਪਾਂ ਕਿ ਸੇਵਾ ਕਰਕੇ ਕੋਈ ਕਾਮਨਾ ਨਾ ਰੱਖੋ, ਮੈਨੂੰ ਆਹ ਮਿਲ ਜੇ, ਮੈਨੂੰ ਉਹ ਮਿਲ ਜੇ, ਉਹ ਤਾਂ ਦੇ ਹੀ ਜਾਂਦਾ। ਹੁਣ ਕਈ ਵਾਰ ਬੰਦਾ ਭਰਮਣ ਕਰਦਾ, ਮੈਨੂੰ ਆਹ ਮਿਲੇ, ਮਿਲਦੇ ਹੀ ਨਹੀਂ, ਕਰਮਾਂ 'ਚ ਹੈ ਹੀ ਨਹੀਂ। ਬੜਾ ਬੰਦਾ ਥਾਂ ਥਾਂ 'ਤੇ ਜਾ ਕੇ ਮੱਥੇ ਰਗੜਦਾ, ਨੱਕ ਰਗੜਦਾ, ਪਰ ਕਿਸਮਤ 'ਚ ਹੈ ਹੀ ਨਹੀਂ। ਅਤੇ ਜਿਹੜਾ ਹੈ ਉਹਨੇ ਲਿਖਿਆ ਵਾ, ਉਹਨੇ ਦੇਣਾ। ਭਾਵ ਕੋਈ ਕਾਮਨਾ ਨਾ ਜੀ ਰੱਖੋ, ਬਸ ਇੱਕ ਉਹ ਚੇਤੇ ਰਵੇ, ਮਾਲਕ ਪਰਮੇਸ਼ਰ। ਜਿਨ੍ਹਾਂ ਦੇ ਨਿਸਕਾਮ ਕਰਮ ਨੇ, ਕੋਈ ਇੱਛਾ ਨਹੀਂ ਰੱਖਦੇ, ਨਿਸਕਾਮ ਕਰਮ ਜਿਨ੍ਹਾਂ ਦੇ ਨੇ, ਉਹਨਾਂ ਦੇ ਧੁਰੋਂ ਹੀ ਮੱਥੇ ਉੱਤੇ ਰੱਬ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ। ਅਤੇ ਉਹਨਾਂ ਦਾ ਲੋਕ ਪਰਲੋਕ ਦਾ ਸਖਾ ਜਿਹੜਾ, ਮਿੱਤਰ ਜਿਹੜਾ ਵਾ, ਪਿਆਰਾ ਜਿਹੜਾ ਹੈ, ਤਿਨ ਕਾ ਸਖਾ ਗੋਬਿੰਦ, ਉਹ ਪਰਮਾਤਮਾ ਆਪ ਹੈ। ਆਲੋਕ 'ਚ ਵੀ ਪਰਲੋਕ 'ਚ ਵੀ ਅਸਲੀ ਮਿੱਤਰ। ਤਨ ਮਨ ਧਨ ਅਰਪੇ ਸਭ, ਸਗਲ ਬਾਰੀਐ ਇਹ ਜਿੰਦ। ਹੈ ਭਾਈ, ਉਸ ਪਰਮਾਤਮਾ ਨੂੰ ਆਪਣਾ ਤਨ ਸੇਵਾ ਕਰਕੇ, ਮਨ ਜਿਹੜਾ ਵਾ ਚਿਤਵਨੀ ਕਰਕੇ, ਅਤੇ ਧਨ ਵੀ ਅਰਪੀ ਕਹੀਏ, ਭੇਟਾ ਕਰ ਦਈਏ, ਅਤੇ ਆਪਣੀ ਸਾਰੀ ਜ਼ਿੰਦਗਾਨੀ ਜਿਹੜੀ ਆ ਉਹ ਵੀ ਉਹ ਤੋਂ ਵਾਰ ਦਈਏ। ਭਾਵ ਸਾਰੀ ਉਮਰ ਉਸੇ ਨੂੰ ਯਾਦ ਕਰਦੇ ਰਹੀਏ। ਤਨ ਦੇ ਦਈਏ, ਮਨ ਦੇ ਦਈਏ, ਧਨ ਵੀ ਦੇ ਦਈਏ। ਗੱਲ ਇੰਨਾ ਕਰਨ ਨਾਲ ਨਹੀਂ ਬਣਨੀ। ਅਗਲੀ ਘਾਟੀ ਜਿਹੜੀ ਆ, ਆਪਣੀ ਜ਼ਿੰਦਗਾਨੀ ਉਹਦੇ ਨਾਮ ਕਰ ਦਈਏ। ਭਾਵ ਉਹਦੀ ਰਜ਼ਾ 'ਚ ਰਹੀਏ, ਉਹਨੂੰ ਚੇਤੇ ਕਰਦੇ ਰਹੀ ਜੀ। ਸਗਲ ਵਾਰੀ ਇਹ ਜਿੰਦ, ਸਾਰੀ ਆ ਜ਼ਿੰਦਗੀ, ਜਿੰਦੜੀ, ਸਰੀਰ ਜਿਹੜਾ ਮਿਲਿਆ, ਸਵਾਸ ਜਿਹੜੇ ਮਿਲੇ ਆ, ਉਹ ਤੋਂ ਵਾਰ ਦੀਏ, ਕੁਰਬਾਨ ਕਰ ਦਈਏ, ਰੱਬ ਰੱਬ ਕਰਦੇ ਰਹੀਏ ਜੀ। ਅਤੇ ਸਤਿਗੁਰ ਕਹਿੰਦੇ ਭਾਈ, ਦੇਖੈ ਸੁਣੈ ਹਦੂਰ ਸਦ, ਘਟ ਘਟ ਬ੍ਰਹਮ ਬਿੰਦ। ਉਹ ਪਰਮਾਤਮਾ ਸਭ ਦੀਆਂ ਕਰਤੂਤਾਂ ਨੂੰ ਦੇਖਦਾ, ਸਭ ਦੀਆਂ ਗੁਪਤ ਗੱਲਾਂ ਨੂੰ ਸੁਣਦਾ ਹੈ, ਅਤੇ ਹਮੇਸ਼ਾ ਹੀ ਨੇੜੇ ਆ, ਦੂਰ ਨਹੀਂ ਆ। ਉਹ ਬ੍ਰਹਮ ਪਰਮਾਤਮਾ ਘਟਾਂ ਘਟਾਂ ਵਿੱਚ ਰਵਿੰਦ ਕਹੀਏ ਰਮਿਆ ਹੋਇਆ, ਵਸਿਆ ਹੋਇਆ। ਭਾਵ
ਉਵੰਤੇ ਕਰਨ ਰੂਪੀ ਸਾਰੇ ਘੜਿਆਂ 'ਚ ਸੂਰਜ ਜਾਂ ਚੰਦਰਮਾ ਦਾ ਪ੍ਰਤੀਬਿੰਬ ਵਿਆਪਕ ਹੁੰਦਾ ਹੈ, ਇਵੇਂ ਹੀ ਸਖਾ ਉਹ ਨਾਲ ਹੈ। ਇਵੇਂ ਹੀ ਸਾਖੀ ਰੂਪ ਹੋ ਕੇ ਉਹ ਸਾਰੇ ਜੀਵਾਂ ਦੇ ਅੰਤਹਿਕਰਨ 'ਚ ਵਿਆਪਕ ਹੋ ਰਿਹਾ। ਦੇਖੈ ਸੁਣੈ ਹਦੂਰ ਸਦ, ਉਹ ਸੁਣਦਾ ਵੀ ਆ, ਵੇਖਦਾ ਵੀ ਆ, ਨਾਲੇ ਹੈ। ਘੜ ਘੜ ਬ੍ਰਹਮ ਰਵਿੰਦ, ਘੜ ਘੜ ਦੇ ਵਿੱਚ ਉਹ ਰਮਿਆ ਹੋਇਆ। ਅਕਿਰਤ ਖੰਡਾ ਨੂੰ ਪਾਲਦਾ, ਪ੍ਰਭ ਨਾਨਕ ਸ਼ਦ ਬਖਸ਼ੰਦ। ਉਹ ਤਾਂ ਅਕਿਰਤ ਕਣ ਕਹੀਏ, ਉਹਦੇ ਉਪਕਾਰਾਂ ਨੂੰ ਨਾ ਜਾਣਨ ਵਾਲੇ ਜਿਹੜੇ ਲੋਕ ਨੇ, ਕਰੀ ਖੋਰ ਜਿਹੜੇ ਨੇ, ਉਹਨਾਂ ਨੂੰ ਵੀ ਉਹ ਪਾਲਦਾ ਹੈ। ਮਹਾਰਾਜ ਕਹਿੰਦੇ ਆ ਜੀ, ਉਹ ਵਾਹਿਗੁਰੂ ਪਰਮੇਸ਼ਰ ਹਮੇਸ਼ਾ ਹੀ ਬਖਸ਼ਿੰਦ ਹੈ, ਬਖਸ਼ਿਸ਼ਾਂ ਕਰਨ ਵਾਲਾ। ਕੋਈ ਚੰਗਾ ਬੰਦਾ ਜਾਂ ਮਾੜਾ ਬੰਦਾ, ਉਹ ਸਭ 'ਤੇ ਮਿਹਰ ਕਰਦਾ ਜੀ, ਸਭ ਨੂੰ ਦਿੰਦਾ। ਉਹ ਜਿਹੜੇ ਰੱਬ ਰੱਬ ਕਰਦੇ ਆ ਜੀ, ਉਹਨਾਂ ਨੂੰ ਵੀ ਰੋਜੀ ਦਿੰਦਾ। ਜਿਹੜੇ ਨਾਸਤਿਕ ਨੇ, ਮੰਨਦੇ ਨਹੀਂ ਰੱਬ ਨੂੰ, ਉਹਨਾਂ ਨੂੰ ਵੀ ਦੇ ਰਿਹਾ। ਅਸਲ ਦੇ ਵਿੱਚ ਜੋ ਵੀ ਕਿਰਤ ਘੜ ਨੇ, ਜੋ ਭਾਰ ਨੇ ਧਰਤੀ 'ਤੇ, ਉਹ ਉਹਨਾਂ ਨੂੰ ਵੀ ਦਿੰਦਾ। ਉਹਦਾ ਫਰਮਾਨ ਤਾਂ ਇਹੀ ਹੈ, ਸਜਣਾ ਜੋ ਕਰੇਗਾ ਸੋ ਭਰੇਗਾ, ਕਰਮ ਤੇਰੇ ਨੇ। ਚੰਗੇ ਕਰ ਲੇਗਾ ਨੇੜੇ ਹੋ ਜਾਏਗਾ ਮੇਰੇ, ਨਹੀਂ ਕਰੇਗਾ ਦੂਰ ਤਾਂ ਫਿਰ ਹੈਗੀ ਆ। ਭਾਵ ਉਹ ਸਭ ਦੇਖਦਾ ਹੈ, ਸਦੀ ਉਹ ਬਖਸ਼ਿੰਦ ਹੈ, ਸਦਾ ਹੀ ਦਾਤਾਂ ਦੇਣ ਵਾਲਾ ਹੈ। ਉਹ ਕਹਿੰਦਾ ਵੀ ਤੂੰ ਜੋ ਮਰਜ਼ੀ ਕਰ, ਜੋ ਮਰਜ਼ੀ ਕਰ। ਰੱਬ ਦਾ ਸਾਡੇ ਕਿਸੇ ਕੰਮ ਨਾਲ ਵਿਰੋਧ ਨਹੀਂ। ਸੁਣਿਓ ਧਿਆਨ ਨਾਲ ਬੇਨਤੀ, ਕਿਸੇ ਕਰਮ ਨਾਲ ਵਿਰੋਧ ਨਹੀਂ ਆ। ਉਹ ਤਾਂ ਕਹਿੰਦਾ ਜਿਹੋ ਜਿਹਾ ਕਰੇਗਾ ਭਾਈ ਭਰੇਗਾ, ਮੈਂ ਕੀ ਲੈਣਾ। ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਜੋ ਵੀ ਸਾਡੇ ਦੁੱਖ ਨੇ ਸੁੱਖ ਨੇ ਪਿੱਛੇ ਕੀਤੇ ਹੋਏ ਨੇ, ਸੋ ਜਾਣੈ ਜਿਨ ਦਾਤੇ ਦੀਏ। ਅਸੀਂ ਭੁੱਲ ਗਏ ਵੀ ਮੈਂ ਕੀਤਾ, ਉਹ ਦਾਤਾ ਜਾਣਦਾ ਜਿਹੜਾ ਸਾਨੂੰ ਦੇ ਰਿਹਾ ਵੀ ਭਾਈ ਜਿਹੋ ਜਿਹਾ ਤੂੰ ਕਰਦਾ, ਹੋ ਜਾ ਭਰਦਾ, ਹੋ ਜਾ ਤੈਨੂੰ ਮੈਂ ਦੇ ਰਿਹਾ। ਫਿਰ ਕਿਸ ਕੋ ਦੋਸ਼ ਦੇਹੋ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਇਆ। ਕਿਹਨੂੰ ਦੋਸ਼ ਦਿੰਦਾ, ਸਾਰਾ ਕੁਛ ਆਪਣੀ ਕੀਤਾ ਹੋਇਆ। ਕਿਸੇ ਕੰਮ ਦਾ ਵਿਰੋਧ ਨਹੀਂ ਕਰਦਾ, ਕਿਸੇ ਕੰਮ ਦਾ ਵਿਰੋਧ ਨਹੀਂ ਉਹਨੂੰ। ਬਸ ਇੱਕ ਗੱਲ ਹੈ ਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਰਜੂ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਪਰਮਾਤਮਾ ਨੂੰ, ਰੱਬ ਜੀ ਨੂੰ ਹੰਕਾਰ ਨਹੀਂ ਜੀ ਭਾਉਂਦਾ, ਅਭਿਮਾਨ ਨਹੀਂ ਭਾਉਂਦਾ, ਮਾਣ ਨਹੀਂ ਭਾਉਂਦਾ। ਜਿੱਥੇ ਮੈਂ ਆ ਨਾ, ਸਾਡੀ ਮੈਂ ਹੰਕਾਰ, ਉੱਥੇ ਨਾਮ ਨਹੀਂ ਆਉਣਾ, ਰੱਬ ਨੇ ਨਹੀਂ ਆਉਣਾ। ਉਹ ਕਹਿੰਦਾ ਜੋ ਮਰਜ਼ੀ ਕਰਦਾ ਰਹਿ ਸਜਣਾ, ਜੋ ਕਰੇਗਾ ਭਰੇਗਾ, ਪਰ ਇੱਕ ਗੱਲ ਚੇਤੇ ਰੱਖੀ, ਕਦੇ ਹੰਕਾਰ ਨਾ ਕਰੀ ਕਿਸੇ ਵੀ ਗੱਲ ਦਾ। ਇਹ ਨਾ ਹੋਵੇ ਕਿ ਜੋਬਨ ਧਨ ਪ੍ਰਭਤਾ ਕੈ ਮਦ ਮੈਂ ਐਨਸ ਰਹਿ ਦੀਵਾਨਾ। ਜੋਬਨ ਧਨ ਪ੍ਰਭਤਾ ਸ਼ਕਤੀ ਪਾਵਰ, ਐਨਸ ਰਹਿ ਦੀਵਾਨਾ। ਦਿਨ ਰਾਤ ਝੱਲਾ ਨਾ ਹੋਇਆ, ਫਿਰ ਬੜੇ ਆਏ, ਬੜੇ ਜਾ ਰਹੇ ਨੇ। ਹੰਕਾਰ ਨਾ ਕਰ ਕਿਸੇ ਵੀ ਗੱਲ ਦਾ, ਕਿਸੇ ਵੀ ਗੱਲ ਦਾ, ਢਲ ਜਾਣਾ। ਇਸ ਕਰਕੇ ਪ੍ਰੇਮੀਓ, ਉਹ ਸਦਾ ਹੀ ਬਖਸ਼ਿਸ਼ਾਂ ਕਰਦਾ, ਬਖਸ਼ਿੰਦ ਹੈ, ਕਿਰਪਾ ਕਰਨ ਵਾਲਾ ਹੈ। ਮੈਂ ਮੇਰੀ ਤੋਂ ਦੂਰ ਹੋਈਏ, ਰੱਬ ਤੋਂ ਕਿਰਪਾ ਕਰਵਾਈ ਜੀ। ਸਕੂਨ ਦੇ ਵਿੱਚ ਜੀਵਨ ਜਿਉਂਦੇ, ਆਨੰਦ ਦੇ ਵਿੱਚ, ਆ ਸੰਸਾਰ ਵਿੱਚ ਆਉਣਾ ਆਨੰਦਮਈ ਬਣ ਜੇ। ਸਰੀਰ ਮਿਲਿਆ, ਸਵਾਸ ਮਿਲਿਆ, ਇਹ ਵਰਦਾਨ ਬਣਨ, ਸਰਾਪ ਨਾ ਬਣਨ। ਨਰਕਾਂ ਵੱਲ ਨੂੰ ਨਾ ਲੈ ਕੇ ਜਾਣ, ਕਰਮ ਇੱਦਾਂ ਦੇ ਨਾ ਹੋਣ, ਇਹ ਵਰਦਾਨ ਬਣ ਜਾਣ ਜਿਹਦੇ ਨਾਲ ਅਸੀਂ ਰੱਬ ਦੇ ਨੇੜੇ ਹੋ ਜਾਈਏ, ਰੱਬ ਰੱਬ ਕਰਦੇ ਰਹੀਏ ਜੀ। ਆਓ ਅਗਲੇ ਸ਼ਬਦ ਦੀ ਵਿਚਾਰ ਅੱਗੇ ਵਿਚਾਰਾਂਗੇ। ਹੋਈਆਂ ਭੁੱਲਾਂ ਤੋਂ ਖਿਮਾ। ਜੋ ਵੀ ਵੀਰ ਭਰਾ ਮਾਤਾਵਾਂ ਭੈਣਾਂ ਸਮੇਂ ਦਾ ਲਾਹਾ ਲੈਂਦੇ ਹੋਏ ਆਪ ਜੀ ਮਹਾਰਾਜ ਦੇ ਚਰਨਾਂ 'ਚ ਪਹੁੰਚ ਰਹੇ ਹੋ, ਸਤ ਧੰਨ ਭਾਗੀ ਹੋ, ਵੱਡਿਆਂ ਕਰਮਾਂ ਵਾਲੇ ਹੋ। ਆਓ ਜੀ ਰਲ ਮਿਲ ਕਰਕੇ ਸਤਿਗੁਰਾਂ ਦੇ ਚਰਨਾਂ 'ਚ
ਅਰਦਾਸ ਬੇਨਤੀ ਕਰੀਏ ਭਾਈ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ, ਦਿਵਸ ਰਾਤ ਦੋਇ ਦਾਈ ਦਾਇਆ, ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੇ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ, ਜਿਨੇ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।